किताब विपरन की रीत तो सच दा मार्ग भाग 30वां चौथे कांड दा 9वां भाग कृष्ण अवतार। लेखक गुरबख्श सिंह काला अफगाना। आवाज़ गुरजंट सिंह रूपोवाली। वाहिगुरू जी का खालसा वाहिगुरू जी की फतेह। इस लेख नूं उचेचे तौर ते लिखण दा कारण एक अजिही पुस्तक है जिस विच लखारी ने कलगीधर जी नूं कृष्ण सिद्ध करके ये लिखिया है कि गुरु ग्रंथ साहिब नूं मन्नण वाले सिखां दा धर्म बनता है कि वो कृष्ण जी नूं वाहिगुरू समझण। गुरु ग्रंथ साहिब दे सिद्धांत दी खंडना करके लेखक ने सिख पंथ नूं विपरन की रीत नाल जोड़न दी रुचि बनाउण लई बड़ा घातक भुलेखा पाया होया है। समाजिक विग्यान दी शाख हरमीनियोटिक्स दे विद्वान दी राय एक वारी फिर याद कर लईए कि किसी खास शब्द जां तुक दे सथाई अर्थ करके किसी ग्रंथ दे सिद्धांत बारे सिट्टा कढ़ना बिल्कुल गलत है अथवा हूड़ मत है। हर तुक दा भाव पूरी पुस्तक अथवा ग्रंथ दे समुचे आशे दे अनुकूल होना चाहिदा है। सिੱਖੀ दे वैरियां दी गल तां की करनी है। अपने आप नूं पक्के गुरसिख ਅਤੇ ਗੁਰਮਤਿ ਦੇ ਗਿਆਤਾ ਸਮਝਣ ਵਾਲੇ ਵੀ ਗੁਰਬਾਣੀ ਦੀ ਇੱਕ ਅੱਧੀ ਤੁਕ ਦੇ ਅੱਖਰੀ ਅਰਥਾਂ ਤੋਂ ਕਿਸੇ ਰੋਕ ਟੋਕ ਦਾ ਖਤਰਾ ਨਾ ਹੋਣ ਦੇ ਕਾਰਨ ਗੁਰੂ ਗ੍ਰੰਥ ਸਾਹਿਬ ਦਾ ਸਿਧਾਂਤ ਵਿਗਾੜਨ ਦੀ ਭੁੱਲ ਕਰ ਰਹੇ ਹਨ। ਸਿੱਖ ਪੰਥ ਦੇ ਸਰਬਰਾਹਾਂ ਦੀ ਅਣਗਹਿਲੀ ਦੇ ਕਾਰਨ ਹੀ ਗੁਰਬਾਣੀ ਦੇ ਸ਼ਬਦ ਅਥਵਾ ਤੁਕਾਂ ਦੀ ਗਲਤ ਵਰਤੋਂ ਕਰਕੇ ਗੁਰੂ ਨਾਨਕ ਦੇਵ ਜੀ, ਗੁਰੂ ਰਾਮਦਾਸ ਜੀ, ਕਬੀਰ ਜੀ, ਭਗਤ ਨਾਮਦੇਵ ਜੀ ਆਦਿ ਸਤਿਕਾਰਯੋਗ ਭਗਤਾਂ ਨੂੰ ਕ੍ਰਿਸ਼ਨ ਭਗਤ ਅਤੇ ਕਲਗੀਧਰ ਜੀ ਨੂੰ ਕ੍ਰਿਸ਼ਨ ਉਪਾਸ਼ਕ ਹੋਣ ਤੋਂ ਅਗਾਂਹ ਟੱਪ ਕੇ ਸਿੱਧਾ ਕ੍ਰਿਸ਼ਨ ਭਗਵਾਨ ਸਿੱਧ ਕਰਨ ਵਾਸਤੇ ਕ੍ਰਿਸ਼ਨ ਭਗਵਾਨ ਤੇ ਕਲਗੀਧਰ ਨਾਮਕ ਪੁਸਤਕ ਲਿਖੀ ਹੋਈ ਹੈ। ਪੁਸਤਕ ਦੇ ਆਰੰਭਕ ਸਫ਼ਿਆਂ ਤੇ ਕ੍ਰਿਸ਼ਨ ਜੀ ਅਤੇ ਕਲਗੀਧਰ ਜੀ ਦੀਆਂ ਤਸਵੀਰਾਂ ਹਨ। ਪੁਸਤਕ ਦਾ ਲਿਖਣ ਢੰਗ ਅਜਿਹਾ ਭੁਲੇਖਾ ਪਾਊ ਹੈ ਕਿ ਲਿਖਾਰੀ ਨੂੰ ਪੱਕਾ ਗੁਰੂ ਸਿੱਖ ਸਮਝ ਕੇ ਉਸ ਦੇ ਗੁਰਮਤਿ ਵਿਰੋਧੀ ਪ੍ਰਚਾਰ ਦੀ ਅਸਲੀਅਤ ਨੂੰ ਸਮਝਣਾ ਔਖਾ ਹੈ। ਸਧਾਰਨ ਸਿੱਖ ਅਪੋਸ਼ਲੇ ਹੀ ਕ੍ਰਿਸ਼ਨ ਭਗਤੀ ਕਬੂਲ ਕਰ ਲੈਂਦਾ ਹੈ। ਜਿਸ ਅਮਰਧਾਰੀ ਅਤੇ ਪੰਜਾਂ ਕਕਾਰਾਂ ਦੇ ਪੱਕੇ ਰਹਿਤੀਏ ਗੁਰਸਿੱਖ ਦੇ ਘਰੋਂ ਦਾਸ ਨੂੰ ਇਹ ਪੁਸਤਕ ਮਿਲੀ ਹੈ, ਉਸ ਨੇ ਸ੍ਰੀਮਦ ਭਾਗਵਤ ਪੁਰਾਣ ਨੂੰ ਬੜਾ ਪਵਿੱਤਰ ਅਤੇ ਉੱਚ ਕੋਟੀ ਦਾ ਅਧਿਆਤਮਕ ਗਿਆਨ ਦੇਣ ਵਾਲਾ ਸਤਿਕਾਰਯੋਗ ਗ੍ਰੰਥ ਸਮਝ ਕੇ ਨੇਮ ਨਾਲ ਪਾਠ ਕਰਨ ਲਈ ਰੱਖਿਆ ਹੋਇਆ ਸੀ ਅਤੇ ਉਸ ਵਿਚਲੀਆਂ ਕਥਾ ਕਹਾਣੀਆਂ ਬੜੀ ਸ਼ਰਧਾ ਨਾਲ ਆਪਣੇ ਪਰਿਵਾਰ ਨੂੰ ਸੁਣਾਇਆ ਕਰਦਾ ਸੀ। ਕਲਗੀਧਰ ਜੀ ਦੀ ਤਸਵੀਰ ਵਾਂਗ ਹੀ ਕ੍ਰਿਸ਼ਨ ਜੀ ਦੀ ਤਸਵੀਰ ਵੀ ਸ਼ੀਸ਼ੇ ਵਿੱਚ ਮੜਾ ਕੇ ਆਪਣੇ ਸਰਹਾਣੇ ਟਿਕਾਈ ਹੋਈ ਸੀ। ਗੁਰੂ ਨੇ ਕਿਰਪਾ ਕੀਤੀ ਜੋ ਦਾਸ ਦੇ ਬਚਨ ਸੁਣ ਕੇ ਉਸ ਸੁਹਿਰਦ ਅਤੇ ਭੋਲੇ ਭਾਹੀ ਸ਼ਰਧਾ ਬਣਾ ਲੈਣ ਵਾਲੇ ਗੁਰੂ ਕੇ ਲਾਲ ਨੇ ਕ੍ਰਿਸ਼ਨ ਭਗਤੀ ਤਿਆਗ ਕੇ ਹੱਥ ਵਿਚਲੀ ਇਹ ਪੁਸਤਕ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਲਿਖਵਾਉਣੀ ਸ਼ਬਦ ਗੁਰੂ ਦੀ ਉੱਤਮ ਸੇਵਾ ਸਮਝ ਲਈ। ਗਿਆਨੀ ਈਸ਼ਰ ਸਿੰਘ ਨਾਰਾ ਜੀ ਨੇ ਗੁਰਬਾਣੀ ਦੇ ਜਿਹੜੇ ਸ਼ਬਦ ਵਰਤ ਕੇ ਘਾਤਕ ਭੁਲੇਖੇ ਪਾਏ ਹਨ, ਉਹਨਾਂ ਗੁਰੂ ਸ਼ਬਦਾਂ ਦੇ ਅਰਥ ਗੁਰਮਤਿ ਅਨੁਸਾਰ ਸਮਝਾ ਕੇ 1974 ਤੋਂ ਲਗਾਤਾਰ ਪੈ ਰਹੇ ਭੁਲੇਖਿਆਂ ਨੂੰ ਦੂਰ ਕਰਨ ਲਈ ਉਪਰਾਲਾ ਕਰਨ ਦਾ ਪੰਥਕ ਅਤੇ ਧਾਰਮਿਕ ਫਰਜ਼ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਾ ਹੈ। ਵਿਰੋਧੀ ਧਾਰਨਾ ਵਾਲੀ ਪੁਸਤਕ ਦੇ ਲੇਖਕ ਕੋਲੋਂ ਅਜਿਹਾ ਕਰਨ ਬਾਰੇ ਪੁੱਛ ਕਰਨ ਦਾ ਅਧਿਕਾਰ ਖੇਤਰ ਵੀ ਸ਼੍ਰੋਮਣੀ ਜਥੇਦਾਰਾਂ ਕੋਲ ਹੀ ਹੈ। ਪੰਥ ਦਰਦੀਆਂ ਦਾ ਇਸ ਪਾਸੇ ਧਿਆਨ ਦਿਵਾਉਣ ਲਈ ਇਹ ਹੱਥ ਵਿਚਲਾ ਉਚੇਚਾ ਲੇਖ ਇਸ ਨਿਮਾਣੇ ਦਾਸ ਦਾ ਨਿਮਾਣਾ ਜਿਹਾ ਯਤਨ ਹੈ। ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਅਥਵਾ ਸ੍ਰੀ ਅਕਾਲ ਤਖਤ ਦੇ ਜਥੇਦਾਰ ਸਾਹਿਬ ਦੇ ਲਿਖੇ ਦੀ ਪੰਥ ਵਿੱਚ ਉਚੇਚੀ ਕੀਮਤ ਹੈ। ਦਾਸ ਵਰਗੇ ਗੁਮਨਾਮ ਅਤੇ ਮਾਮੂਲੀ ਸੂਝ-ਬੂਝ ਵਾਲੇ ਗਰੀਬੜੇ ਮਨੁੱਖ ਨੇ ਭਾਵੇਂ ਹਰ ਅੱਖਰ ਗੁਰਬਾਣੀ ਗਿਆਨ ਅਤੇ ਗੁਰਮਤਿ ਸਿਧਾਂਤ ਦੇ ਅਨੁਕੂਲ ਵੀ ਲਿਖਿਆ ਹੋਵੇ, ਫਿਰ ਵੀ ਸ਼ਾਇਦ ਹੀ ਹੈ ਜੋ ਕਿਸੇ ਗੁਰਮੁਖ ਦੀ ਨਜ਼ਰੀ ਚੜ੍ਹ ਸਕੇ। ਨਾਮਣੇ ਦੀ ਛਾਪ ਦਾ ਨਿਆਰਾ ਹੀ ਅਸਰ ਹੁੰਦਾ ਹੈ। ਗੁਰਮਤਿ ਸਿਧਾਂਤ ਦਾ ਸਤਿਕਾਰ। ਗੁਰਬਾਣੀ ਦੇ ਅਰਥ ਕਰਨ ਸਮੇਂ ਗੁਰਮਤਿ ਸਿਧਾਂਤ ਦੇ ਹਰ ਪੱਖ ਨੂੰ ਧਿਆਨ ਵਿੱਚ ਰੱਖਣਾ ਜ਼ਰੂਰੀ ਹੈ। ਗੁਰਮਤਿ ਦੇ ਕਿਸੇ ਵੀ ਸਿਧਾਂਤ ਦੀ ਜੇ ਉਲੰਘਣਾ ਹੁੰਦੀ ਦਿਸੇ ਤਾਂ ਝੱਟ ਸਮਝ ਲੈਣਾ ਚਾਹੀਦਾ ਹੈ
ਕਿ ਅਰਥ ਸਮਝਣ ਵਿੱਚ ਜ਼ਰੂਰ ਕਿਤੇ ਗੰਭੀਰ ਭੁੱਲ ਹੋਈ ਹੈ। ਗੁਰਮਤਿ ਦੇ ਆਸ਼ੇ ਨੂੰ ਵਿਗਾੜਨ ਲਈ ਗੁਰੂ ਸ਼ਬਦ ਦੇ ਜਾਂ ਗੁਰੂ ਬਾਣੀ ਦੀ ਕਿਸੇ ਵੀ ਤੁਕ ਦੇ ਮਨਮਤੀ ਅਰਥ ਕਰਨ ਵਾਲਾ ਜਾਂ ਅਗਿਆਨੀ ਹੈ ਜਾਂ ਵਿਪਰ ਹੈ, ਅਤੇ ਜਾਂ ਫਿਰ ਉਹ ਗੁਰੂ ਘਰ ਦੇ ਨਿੰਦਕ ਦਾ ਏਜੰਟ ਹੈ। ਵਿਰੋਧੀ ਧਾਰਨਾ ਵਾਲੀ ਪੁਸਤਕ ਲਿਖਣ ਵਾਲੇ ਵੀਰ ਨੇ ਜਿਨ੍ਹਾਂ ਗੁਰਮਤਿ ਸਿਧਾਂਤਾਂ ਦੀ ਘੋਰ ਉਲੰਘਣਾ ਕੀਤੀ ਹੈ, ਪਹਿਲਾਂ ਉਹਨਾਂ ਦੀ ਵਿਚਾਰ ਕਰਦੇ ਹਨ। ਊੜਾ ਸਿੱਖ ਧਰਮ ਦੇ ਮੂਲ ਮੰਤਰ ਦਾ ਅਥਵਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪਹਿਲਾ ਅੱਖਰ ਇੱਕ ਵੱਖ-ਵੱਖ ਤਿੰਨ ਦੇਵਤਿਆਂ ਦੀਆਂ ਕਥਿਤ ਸ਼ਕਤੀਆਂ ਦਾ ਖੰਡਨ ਕਰਕੇ ਉਤਪਤੀ, ਪ੍ਰਲਯ ਅਤੇ ਮਾਤਾ ਪਿਤਾ ਵਾਂਗ ਪਾਲਣ ਕਰਨ ਵਾਲੇ ਕੇਵਲ ਇੱਕ ਅਕਾਲ ਪੁਰਖ ਨੂੰ ਹੀ ਜਾਣਨ ਦਾ ਗਿਆਨ ਦ੍ਰਿੜ ਕਰਾਉਂਦਾ ਹੈ। ਗੁਰਮਤਿ ਦੇ ਇਸ ਜ਼ਰੂਰੀ ਸਿਧਾਂਤ ਨੂੰ ਗੁਰੂ ਗ੍ਰੰਥ ਸਾਹਿਬ ਜੀ ਨੇ ਆਪਣੀ ਬਾਣੀ ਵਿੱਚ ਹੋਰ ਵੀ ਕਈ ਥਾਈਂ ਦ੍ਰਿੜ ਕਰਾਇਆ ਹੈ। ਨਿਹਚਲ ਏਕ ਸੱਚਾ ਸੱਚ ਸੋਈ, ਜਿਨ ਕਰ ਸਾਜੀ ਤਿਨੇ ਸਭ ਗੋਈ, ਉਹ ਗੁਰਮੁਖ ਜਾਪੇ ਤਾਂ ਪਤ ਹੋਈ। ਪੰਨਾ 227। ਅਰਥ ਸਦਾ ਅਟਲ ਰਹਿਣ ਵਾਲਾ ਕੇਵਲ ਇੱਕੋ ਇੱਕ ਪਰਮਾਤਮਾ ਹੀ ਹੈ, ਜਿਸ ਨੇ ਸਾਰੀ ਸ੍ਰਿਸ਼ਟੀ ਰਚੀ ਹੈ। ਉਹ ਆਪ ਹੀ ਇਸ ਨੂੰ ਆਪਣੇ ਅੰਦਰ ਲੈ ਕਰ ਲੈਂਦਾ ਹੈ। ਜਦੋਂ ਗੁਰੂ ਦੇ ਹੁਕਮ ਅਨੁਸਾਰ ਵਿਚਰਨ ਗਿੱਝ ਜਾਣ ਨਾਲ ਉਹ ਪਰਮਾਤਮਾ ਹਰ ਥਾਂ ਵਸਦਾ ਦਿਸ ਪਵੇ ਤਾਂ ਆਤਮਿਕ ਜੀਵਨ ਪੱਲਰਦਾ ਹੈ। ਤਦੋਂ ਇਸ ਨੂੰ ਪ੍ਰਭੂ ਦੀ ਹਜ਼ੂਰੀ ਵਿੱਚ ਟਿਕੇ ਰਹਿਣ ਵਾਲਾ ਆਦਰ ਮਿਲਦਾ ਹੈ। ਦੀਨ ਦਿਆਲ ਸਦਾ ਕਿਰਪਾਲਾ, ਸਰਬ ਜੀਆਂ ਪ੍ਰਤਪਾਲਾ, ਓਤ ਪੋਤ ਨਾਨਕ ਸੰਗ ਰਵਿਆ, ਜਿਉ ਮਾਤ ਬਾਲ ਗੋਪਾਲਾ। ਪੰਨਾ 672। ਗੁਰਮਤਿ ਦੇ ਇਸ ਸਿਧਾਂਤ ਦਾ ਖਿਆਲ ਨਾ ਰੱਖ ਕੇ ਇਹ ਕਹਿਣਾ ਅਸਿੱਖੀ ਹੈ ਕਿ ਪ੍ਰਭੂ ਦੀ ਕੇਵਲ ਹਸਤੀ ਤੋਂ ਬਿਨਾਂ ਕੋਈ ਦੂਜੀ ਸ਼ਕਤੀ ਵੀ ਜਗਤ ਰਚਨਾ ਵਿੱਚ ਕਿਸੇ ਤਰ੍ਹਾਂ ਦੀ ਭਾਈਵਾਲ ਹੈ। ਐੜਾ ਉਸ ਅਥਾਹ ਅਗੰਮ ਅਗੋਚਰ ਸ਼ਕਤੀ ਦਾ ਰੰਗ ਰੂਪ ਚੱਕਰ ਚੇਨ ਕੋਈ ਨਹੀਂ ਹੈ। ਨਿਰਆਕਾਰ ਹੋਣ ਕਰਕੇ ਉਸ ਨੂੰ ਆਪਣੀ ਕੁਦਰਤ ਤੋਂ ਅੱਡ ਕਿਸੇ ਵੀ ਹੋਰ ਦ੍ਰਿਸ਼ਟਮਾਨ ਰੂਪ ਵਿੱਚ ਅੱਜ ਤਾਈਂ ਕਿਸੇ ਨੇ ਨਹੀਂ ਵੇਖਿਆ। ਪ੍ਰਭੂ ਆਪਣੇ ਭਗਤਾਂ ਦੇ ਹਿਰਦੇ ਅੰਦਰ ਹੀ ਪ੍ਰਗਟ ਹੁੰਦਾ ਹੈ। ਹਰ ਅਗੰਮ ਅਗੋਚਰ ਅਗੰਮ ਹਰ, ਕਿਉਂ ਕਰ ਹਰ ਦਰਸ਼ਨ ਪਿੱਖਾਂ, ਕਿਛ ਵੱਖਰ ਹੋਏ ਸੋ ਵਰਨੀਏ, ਤੇ ਸਰੂਪ ਨਾ ਰਿਖਾ। ਜਿਸ ਬੁਝਾਏ ਆਪ ਬੁਝਾਏ ਦੇ, ਸੋਈ ਜਨ ਦਿਖਾ, ਸਤ ਸੰਗਤ ਸਤਿਗੁਰ ਚਟ ਸਾਲ ਹੈ, ਜਿਤ ਹਰ ਗੁਣ ਸਿੱਖਾ। ਧਨ ਧਨ ਸੋ ਰਸਨਾ, ਧਨ ਕਰ ਧਨ ਸੋ ਪਾਂਦਾ ਸਤਿਗੁਰੂ, ਜਿਤ ਮਿਲ ਹਰ ਲੇਖਾ ਲਿਖਾ। ਪੰਨਾ 1316। ਹਰ ਜੀ ਸੂਖਮ ਅਗੰਮ ਹੈ, ਕਿਤ ਬਿਦ ਮਿਲਿਆ ਜਾਏ, ਗੁਰ ਕੇ ਸ਼ਬਦ ਭ੍ਰਮ ਕੱਟੀਐ, ਅਚਿੰਤ ਵਸੈ ਮਨ ਆਏ। ਪੰਨਾ 756। ਅਰਥ ਪਰਮਾਤਮਾ ਅਦ੍ਰਿਸ਼ਟ ਹੈ, ਅਪਹੁੰਚ ਹੈ, ਫਿਰ ਉਸ ਨੂੰ ਕਿਸ ਤਰੀਕੇ ਨਾਲ ਮਿਲਿਆ ਜਾ ਸਕਦਾ ਹੈ? ਜਦੋਂ ਗੁਰੂ ਦੇ ਸ਼ਬਦ ਉਪਦੇਸ਼ ਦੀ ਬਰਕਤ ਨਾਲ ਮਨੁੱਖ ਦੇ ਅੰਦਰੋਂ ਉਸ ਦੇ ਮਨ ਦੀ ਭਟਕਣਾ ਕੱਟੀ ਜਾਂਦੀ ਹੈ, ਤਦੋਂ ਪਰਮਾਤਮਾ ਸਹਿਜ ਸੁਭਾਏ ਆਪ ਹੀ ਮਨੁੱਖ ਦੇ ਮਨ ਵਿੱਚ ਆ ਟਿਕਦਾ ਹੈ। ਦੇਖੋ ਅਚਰਜ ਭਇਆ, ਜਿਨ ਠਾਕੁਰ ਕੋ ਸੁਨਤ ਅਗਾਧ ਬੋਧ, ਸੋ ਹਿਰਦੇ ਗੁਰ ਦਇਆ ਰਹਾਉ। ਪੰਨਾ 612। ਅਰਥ ਵੇਖੋ ਮੇਰੇ ਅੰਦਰ ਇੱਕ ਅਨੋਖਾ ਕੌਤਕ ਵਰਤਿਆ ਹੈ। ਗੁਰੂ ਨੇ ਮੇਰੇ ਹਿਰਦੇ ਵਿੱਚ ਉਹ ਪਰਮਾਤਮਾ ਵਿਖਾ ਦਿੱਤਾ ਹੈ ਜਿਸ ਬਾਰੇ ਸੁਣਦੇ ਸਾਂ ਕਿ ਉਹ ਮਨੁੱਖਾ ਸਮਝ ਤੋਂ ਬਹੁਤ ਪਰੇ ਹੈ। ਸਤਿਗੁਰਾਂ ਦਾ ਇਹ ਸਿਧਾਂਤ ਕਿਸੇ ਸਥੂਲ ਸਰੀਰ ਵਾਲੇ ਵਿਅਕਤੀ ਨੂੰ ਪਰਮਾਤਮਾ ਮੰਨਣ ਤੋਂ ਵਰਜਦਾ ਹੈ। ਇਸ ਸਿਧਾਂਤ ਦੀ ਖੰਡਨਾ ਸਿਰਫ ਮਨਮੁਖ ਅਗਿਆਨੀ ਜਾਂ ਕੋਈ ਅਸਿੱਖ ਹੀ ਕਰ ਸਕਦਾ ਹੈ। ਈੜੀ ਉਸ ਪਰਮ ਸ਼ਕਤੀ ਦਾ ਆਪਣਾ ਕੋਈ ਨਾਮ ਨਹੀਂ ਹੈ। ਦਸ਼ਮੇਸ਼ ਜੀ ਨੇ ਜਾਪ ਸਾਹਿਬ ਵਿੱਚ ਪ੍ਰਭੂ ਨੂੰ ਅਨਾਮ ਫਰਮਾਇਆ ਹੈ, ਪਰ ਕਿਉਂਕਿ ਉਹ ਸ਼ੁੱਧ ਸਰੂਪ ਅਤੇ ਸਦੀਵੀ ਸੱਚ ਹੈ, ਇਸ ਕਾਰਨ ਮੂਲ ਮੰਤਰ ਵਿੱਚ ਗੁਰਦੇਵ ਜੀ ਨੇ ਉਸ ਦਾ ਨਾਮ ਵੀ ਸਤ ਅਥਵਾ ਸੱਚ ਫਰਮਾਨ ਕੀਤਾ ਹੈ। ਗੁਰਮਤਿ ਅਨੁਸਾਰ ਉਸ ਸ਼ਕਤੀ ਦੇ ਬਾਕੀ ਸਾਰੇ ਦੇ ਸਾਰੇ ਨਾਮ ਕਿਰਤਮ ਹਨ। ਰੱਬ ਦੇ ਜਿੰਨੇ ਵੀ ਨਾਮ ਗੁਰਬਾਣੀ ਵਿੱਚ ਆਏ ਹਨ ਉਹ ਪੁਰਾਣਕ ਜਾਂ ਮੁਸਲਮਾਨੀ ਵਿਸ਼ਵਾਸ ਵਾਲੇ ਹਨ, ਜਿਨ੍ਹਾਂ ਦੀ ਵਰਤੋਂ ਕਰਨਾ ਸਾਂਝੀਵਾਲਤਾ ਦਾ ਉਪਦੇਸ਼ ਦੇਣ ਵਾਲੀ ਖੁੱਲ੍ਹ ਦਿਲੀ ਹੈ। ਉਂਝ ਉਹਨਾਂ ਨਾਵਾਂ ਵਾਲੇ ਪੁਰਾਣਕ ਕਥਿਤ ਅਵਤਾਰਾਂ, ਭਗਵਾਨਾਂ ਅਥਵਾ ਦੇਵੀ ਦੇਵਤਿਆਂ ਨਾਲ ਗੁਰਮਤਿ ਦਾ ਦੂਰ ਦਾ ਵੀ ਸੰਬੰਧ ਨਹੀਂ ਹੈ। ਕਿਰਤਮ ਨਾਮ ਕਥੇ ਤੇਰੇ ਜਿਹਬਾ,
ਸਤਨਾਮ ਤੇਰਾ ਪਰਾਪੂਰ ਬਲਾ। ਪੰਨਾ 1083। ਸੱਸਾ ਪਰਮਾਤਮਾ ਕਦੇ ਕਿਸੇ ਹਾਲਤ ਵਿੱਚ ਵੀ ਗਰਭ ਵਿੱਚ ਨਹੀਂ ਆਉਂਦਾ। ਕੇਵਲ ਪਰਮਾਤਮਾ ਹੀ ਹੈ ਜੋ ਗਰਭ ਵਿੱਚ ਨਹੀਂ ਆਉਂਦਾ। ਨਾਨਕ ਭੰਡੇ ਬਾਹਰਾ ਏਕੋ ਸੱਚਾ ਸੋਏ। ਪੰਨਾ 473। ਅਥਾਹ ਸ਼ਕਤੀਆਂ ਦੇ ਮਾਲਕ ਅੱਖ ਫਰਕਣ ਦੇ ਸਮੇਂ ਵਿੱਚ ਸ੍ਰਿਸ਼ਟੀ ਦਾ ਨਾਸ ਕਰਕੇ ਮੁੜ ਸਿਰਜਣਾ ਕਰਨ ਦੀ ਸਮਰੱਥਾ ਰੱਖਣ ਵਾਲੇ ਸਤ ਸਰੂਪ ਪਰਮਾਤਮਾ ਨੂੰ ਧਰਤੀ ਦਾ ਭਾਰ ਹੌਲਾ ਕਰਨ ਲਈ ਕਿਸੇ ਜੋਗ ਮਾਇਆ ਦਾ ਆਸਰਾ ਲੈ ਕੇ ਕਿਸੇ ਕੁਸ਼ਲਿਆ ਜਾਂ ਕਿਸੇ ਦੇਵਕੀ ਦੇ ਗਰਭ ਵਿੱਚ ਆਉਣ ਦੀ ਕੀ ਲੋੜ ਹੈ। ਹਰਨ ਭਰਨ ਜਾ ਕਾ ਨੇਤਰ ਫੋਰ ਸੁਖਮਣੀ। ਇਸ ਲਈ ਮਾਤਾ ਪਿਤਾ ਦੇ ਸੰਜੋਗ ਤੋਂ ਜਨਮ ਲੈਣ ਵਾਲੇ ਅਥਵਾ ਕਥਿਤ ਚਮਤਕਾਰੀ ਢੰਗ ਨਾਲ ਕਿਸੇ ਸਰੀਰ ਵਿੱਚ ਆਏ ਕਥਿਤ ਭਗਵਾਨਾਂ ਨੂੰ ਗੁਰਮਤਿ ਨੇ ਛਲਾਵੇ ਤੋਂ ਵੱਧ ਹੋਰ ਕੁਝ ਨਹੀਂ ਮੰਨਿਆ। ਸਹਿ ਭੰਗ ਭਾਵ ਆਪਣੇ ਆਪ ਤੋਂ ਆਪ ਪੈਦਾ ਹੋਣ ਵਾਲਾ ਕਰਤਾ ਪੁਰਖ ਅਥਵਾ ਆਪਣੀ ਸਿਰਜਣਾ ਆਪ ਹੀ ਕਰ ਲੈਣ ਵਾਲੀ ਪਰਮ ਸ਼ਕਤੀ ਹੀ ਗੁਰਮਤਿ ਦਾ ਸਤ ਹੈ। ਉਹੀ ਵਾਹਿਗੁਰੂ ਹੈ, ਉਹੀ ਭਗਵਾਨ ਹੈ, ਉਹੀ ਈਸ਼ਰ ਬ੍ਰਹਮਾ ਸ਼ਿਵ ਪਾਰਬਤੀ ਹੈ। ਉਹੀ ਈਸ਼ਵਰ ਪਰਮੇਸ਼ਵਰ ਪਰਮਾਤਮਾ ਕਾਨ ਕਨਈਆ ਬੰਸਰੀ ਵਾਲਾ ਮੁਰਾਰੀ ਮਾਧੋ ਰਾਮ ਅੱਲਾ ਖੁਦਾ ਰਹੀਮ ਕਰੀਮ ਪਰਵਦਗਾਰ ਆਦਿ ਸਾਰੇ ਕੀਰਤਨ ਨਾਮਾਂ ਵਾਲਾ ਉਹੀ ਆਪ ਹੀ ਆਪ ਗੁਰਮਤਿ ਦਾ ਸਭ ਕੁਝ ਹੈ। ਬਾਕੀ ਸਾਰਾ ਸੰਸਾਰ ਉਸ ਦੀ ਕਿਰਤ ਹੈ। ਉਸ ਤੋਂ ਪਹਿਲਾਂ ਕੁਛ ਨਹੀਂ ਸੀ। ਉਸ ਤੇ ਸਮੇਂ ਦਾ ਕੋਈ ਅਸਰ ਨਹੀਂ ਹੈ। ਉਹ ਸਮੇਂ ਦੀ ਪਕੜ ਤੋਂ ਪਰੇ ਹੈ। ਭਾਵ ਉਹ ਅਕਾਲ ਹੈ। ਸਾਰੇ ਦ੍ਰਿਸ਼ਟਮਾਨ ਆਕਾਰ ਸਮੇਂ ਦੇ ਅਸਰ ਹੇਠ ਹੋਣ ਕਰਕੇ ਸਦਾ ਇੱਕਸਾਰ ਨਹੀਂ ਰਹਿੰਦੇ, ਭਾਵ ਨਾਸ਼ਵੰਤ ਹਨ। ਮਨੁੱਖਾ ਸਰੀਰ ਕਾਲ ਦੇ ਵਸ ਹੈ। ਇਸ ਕਾਰਨ ਕਿਸੇ ਮਨੁੱਖਾ ਸਰੀਰ ਵਾਲੇ ਭਗਵਾਨ ਜਾਂ ਪਰਮਾਤਮਾ ਮੰਨਣਾ ਝੂਠ ਦੀ ਪੂਜਾ ਹੈ। ਦੇਵਕੀ ਦੇ ਗਰਭ ਵਿੱਚੋਂ ਜਨਮੇ ਕ੍ਰਿਸ਼ਨ ਜੀ ਦਾ ਵੀ ਮਨੁੱਖਾ ਸਰੀਰ ਬੁੱਢਾ ਹੋਇਆ ਅਤੇ ਥੱਕਿਆ ਹਾਰਿਆ ਇੱਕ ਰੁੱਖ ਦੀ ਛਾਵੇਂ ਲੇਟਿਆ ਹੋਇਆ ਸੀ, ਜਿੱਥੇ ਇੱਕ ਸ਼ਿਕਾਰੀ ਦੇ ਤੀਰ ਦਾ ਨਿਸ਼ਾਨਾ ਬਣ ਕੇ ਬਿਨ ਸਜਾਣ ਵਾਲੀ ਕਥਾ ਬ੍ਰਾਹਮਣ ਨੇ ਆਪ ਹੀ ਲਿਖੀ ਹੈ। ਬ੍ਰਾਹਮਣ ਨੇ ਤਾਂ ਇਹ ਵੀ ਲਿਖਿਆ ਹੈ ਕਿ ਵਿਚਾਰੇ ਕ੍ਰਿਸ਼ਨ ਜੀ ਦੇ ਨਾਲ ਹੀ ਉਸ ਦੀ ਸਾਰੀ ਕੁਲ ਦਾ ਵੀ ਨਾਸ਼ ਹੋ ਗਿਆ ਸੀ। ਨਿਆਰਾ ਸਿਧਾਂਤ ਲੈ ਕੇ ਆਏ ਗੁਰੂ ਸਾਹਿਬਾਨ ਵੀ ਪਰਮਾਤਮਾ ਜਾਂ ਅਵਤਾਰ ਨਹੀਂ ਸਨ। ਰੱਬ ਨਾਲ ਜੋੜ ਕੇ ਮਨੁੱਖ ਨੂੰ ਸੁੱਚੇ ਆਚਰਨ ਵਾਲਾ ਸੰਤ ਸੂਰਮਾ ਬਣਾਉਣ ਆਏ ਪਰਮ ਮਨੁੱਖ ਸਨ। ਉਹ ਪਰਮ ਪੁਰਖ ਦੇ ਦਾਸ ਸਨ। ਉਹਨਾਂ ਨੂੰ ਕਿਸੇ ਕਥਿਤ ਅਵਤਾਰ ਨਾਲ ਜੋੜਨਾ ਗੁਰਮਤਿ ਦੀ ਖੰਡਨਾ ਦਾ ਪਾਪ ਹੈ ਅਤੇ ਵਿਪਰਨ ਕੀ ਰੀਤ ਦੇ ਧਾਰਨੀ ਬਣਨ ਦੀ ਭੁੱਲ ਹੈ। ਉਸ ਆਪ ਹੀ ਆਪ ਦਾ ਨਾ ਕੋਈ ਅਵਤਾਰ ਹੋ ਸਕਦਾ ਹੈ ਤੇ ਨਾ ਹੀ ਉਸ ਨੂੰ ਕਿਸੇ ਸਹਾਇਕ ਦੇਵੀ ਦੇਵਤੇ ਤੋਂ ਸਲਾਹ ਮਸ਼ਵਰੇ ਦੀ ਲੋੜ ਹੈ। ਉਸ ਦੇ ਸਾਰੇ ਸਲਾਹ ਮਸ਼ਵਰੇ ਆਪਣੇ ਆਪ ਨਾਲ ਹੀ ਹਨ। ਜਿਵੇਂ ਉਸ ਨੂੰ ਚੰਗਾ ਲੱਗਦਾ ਹੈ ਉਹ ਕਰਦਾ ਹੈ। ਆਪਣਾ ਆਪ ਉਹ ਪਾਇਓ ਨਾ ਤਦੋਂ ਹੋਰ ਨਾ ਕੋਈ। ਮਤਾ ਮਸੂਰਤ ਆਪ ਕਰੇ ਜੋ ਕਰੇ ਸੋ ਹੋਈ। ਤਦੋਂ ਆਕਾਸ਼ ਨਾ ਪਾਤਾਲ ਹੈ ਨਾ ਤ੍ਰੈ ਲੋਈ। ਤਦੋਂ ਆਪੇ ਆਪ ਨਿਰੰਕਾਰ ਹੈ ਨਾ ਊਪਤ ਹੋਈ। ਜਿਉ ਤਿਸ ਭਾਵੈ ਤਿਵੇਂ ਕਰੇ ਤਿਸ ਬਿਨ ਅਵਰ ਨਾ ਕੋਈ। ਪੰਨਾ 509। ਹਾਹਾ ਗੁਰਬਾਣੀ ਦਾ ਕੋਈ ਸ਼ਬਦ ਵੀ ਕਿਸੇ ਖਾਸ ਮਨੁੱਖ ਜਾਂ ਮਨੁੱਖਾਂ ਦੀ ਕਿਸੇ ਖਾਸ ਸ਼੍ਰੇਣੀ ਨੂੰ ਗਿਆਨ ਦੇਣ ਲਈ ਨਹੀਂ ਹੈ, ਸਗੋਂ ਸਾਰੇ ਜਗਤ ਲਈ ਹੈ। ਕਿਸੇ ਸ਼ਬਦ ਦੇ ਅਰਥ ਕਰਨ ਸਮੇਂ ਇਹ ਵਿਚਾਰ ਬਣਾ ਲੈਣੀ ਕਿ ਇਹ ਕਿਸੇ ਖਾਸ ਮਨੁੱਖ ਜਾਂ ਕਿਸੇ ਖਾਸ ਫਿਰਕੇ ਵਾਸਤੇ ਉਚਾਰਿਆ ਹੈ, ਗੁਰਬਾਣੀ ਦੀ ਘੋਰ ਨਰਾਦਰੀ ਹੈ। ਕਿਸੇ ਨੂੰ ਸੰਬੋਧਨ ਕਰਕੇ ਉਚਾਰੇ ਸ਼ਬਦ ਵੀ ਸਰਬੱਤ ਦੇ ਸਾਂਝੇ ਉਪਦੇਸ਼ ਵਾਲੇ ਹਨ। ਅੰਦਰ ਝਾਤੀ ਮਾਰੀਏ ਤਾਂ ਉਸ ਸ਼ਬਦ ਦੀ ਸਿੱਖਿਆ ਸਾਡੇ ਵੀ ਕਿਸੇ ਔਗੁਣਾ ਤੇ ਠੋਕਰਾਂ ਮਾਰ ਰਹੀ ਹੁੰਦੀ ਹੈ। ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੈ। ਗੁਰਮੁਖ ਹੋਏ ਸੋ ਭਉ ਕਰੇ ਆਪਣਾ ਆਪ ਪਛਾਣੈ। ਗੁਰ ਪ੍ਰਸਾਦੀ ਜੀਵਤ ਮਰੈ ਤਾਂ ਮਨ ਹੀ ਤੇ ਮਨ ਮਾਨੈ। ਜਿਨ ਕੋ ਮਨ ਕੀ ਪ੍ਰਤੀਤ ਨਾਹੀ ਨਾਨਕ ਸੇ ਕਿਆ ਕਥੇ ਗਿਆਨੈ। ਪੰਨਾ 647। ਅਰਥ ਮਹਾਂਪੁਰਖ ਕਿਸੇ ਦੇ ਸੰਬੰਧ ਵਿੱਚ ਸਿੱਖਿਆ ਦਾ ਬਚਨ ਬੋਲਦੇ ਹਨ, ਪਰ ਉਹ ਸਿੱਖਿਆ ਸਾਰੇ ਸੰਸਾਰ ਲਈ ਸਾਂਝੀ ਹੁੰਦੀ ਹੈ। ਜੋ ਮਨੁੱਖ ਸਤਿਗੁਰੂ ਦੇ ਸਨਮੁਖ ਰਹਿ ਕੇ ਸਿੱਖਿਆ ਨੂੰ ਸੁਣ ਕੇ ਆਪਣੇ ਆਪ ਨੂੰ ਖੋਜਦਾ ਹੈ, ਭਾਵ ਗੁਰੂ ਦਾ ਉਪਦੇਸ਼ ਸੁਣ ਕੇ
ਆਪਣੇ ਅੰਦਰ ਝਾਤੀ ਮਾਰਦਾ ਹੈ ਅਤੇ ਆਪਣੀਆਂ ਕਮਜ਼ੋਰੀਆਂ ਨੂੰ ਦੂਰ ਕਰਨ ਦਾ ਯਤਨ ਕਰਦਾ ਹੈ ਅਤੇ ਪ੍ਰਭੂ ਦਾ ਭੈ ਆਪਣੇ ਹਿਰਦੇ ਵਿੱਚ ਧਾਰਨ ਕਰਦਾ ਹੈ। ਸਤਿਗੁਰ ਦੀ ਕਿਰਪਾ ਨਾਲ ਉਹ ਸੰਸਾਰ ਵਿੱਚ ਵਰਤਦਾ ਹੋਇਆ ਵੀ ਮਾਇਆ ਵੱਲੋਂ ਨਿਰਲੇਪ ਰਹਿੰਦਾ ਹੈ। ਉਸ ਦਾ ਮਨ ਆਪਣੇ ਆਪ ਵਿੱਚ ਪਤੀਜ ਜਾਂਦਾ ਹੈ, ਭਾਵ ਬਾਹਰ ਭਟਕਣੋਂ ਹਟ ਜਾਂਦਾ ਹੈ। ਜਿਨ੍ਹਾਂ ਦਾ ਮਨ ਪਤੀਜਿਆ ਨਹੀਂ, ਉਹਨਾਂ ਨੂੰ ਗਿਆਨ ਦੀਆਂ ਗੱਲਾਂ ਕਰਨ ਦਾ ਕੋਈ ਲਾਭ ਨਹੀਂ। ਗੁਰਮਤ ਵਿਰੋਧੀ ਕਿਤਾਬ ਲਿਖਣ ਵਾਲੇ ਵੀਰ ਨੇ ਉੱਪਰ ਲਿਖੇ ਗੁਰਮਤ ਦੇ 5 ਸਿਧਾਂਤਾਂ ਵਿੱਚੋਂ ਕਿਸੇ ਇੱਕ ਦੀ ਵੀ ਪਾਲਣਾ ਕਰਨ ਦੀ ਲੋੜ ਨਹੀਂ ਸਮਝੀ। ਪੱਖਪਾਤੀ ਰੁਚੀ ਨਾਲ ਗੁਰਬਾਣੀ ਸ਼ਬਦਾਂ ਦੀ ਅਥਵਾ ਤੁਕਾਂ ਦੀ ਚੋਣ ਕਰਕੇ ਉਹਨਾਂ ਦੇ ਅਰਥ ਬ੍ਰਾਹਮਣੀ ਮਤ ਨੂੰ ਗੁਰਮਤ ਸਿੱਧ ਕਰਨ ਦੇ ਯਤਨ ਵਿੱਚ ਕੀਤੇ ਹੋਏ ਹਨ, ਜੋ ਗੁਰੂ ਪੰਥ ਦੀ ਅਥਵਾ ਗੁਰੂ ਮਹਾਰਾਜ ਦੀ ਘੋਰ ਨਿਰਾਦਰੀ ਹੈ। ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ, ਭਾਗ 30ਵਾਂ, ਚੌਥੇ ਕਾਂਡ ਦਾ 9ਵਾਂ ਭਾਗ, ਕ੍ਰਿਸ਼ਨ ਅਵਤਾਰ। ਲੇਖਕ ਗੁਰਬਖਸ਼ ਸਿੰਘ ਕਾਲਾ ਅਫਗਾਨਾ, ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਪੂਰੀ ਕਿਤਾਬ ਸੁਣਨ ਲਈ YouTube ਚੈਨਲ ਗੁਰਜੰਟ ਸਿੰਘ ਰੂਪੋਵਾਲੀ ਸਬਸਕ੍ਰਾਈਬ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।